ਸ਼ੰਕਰ ਭਗਵਾਨ ਜੀ ਵਿਵਾਹ ਤੋਂ ਬਾਅਦ ਇਸ ਜਗ੍ਹਾ ਤੇ ਰਹਿੰਦੇ ਰਹੇ। ਦੁਆਪਰ ਯੁੱਗ ਦੇ ਵਿੱਚ ਇਹ ਮੁਕਤੀ ਧਾਮ ਟੱਕੀ ਦੇ ਨਾਂ ਨਾਲ ਮਸ਼ਹੂਰ ਹੁੰਦਾ ਸੀ। ਇੱਕ ਸ਼ਿਵਲਿੰਗ ਆ ਆਪਣੇ ਪਿੰਡ ਜਿਹੜਾ ਮੰਦਿਰ ਆ ਉਹਦੇ ਦਰਸ਼ਨ ਹੋਏ ਸੀ 2003 ਦੇ ਵਿੱਚ ਮੂਰਤੀ ਸਥਾਪਨਾ ਕਰਾਈ ਸੀ ਉੱਥੇ। ਜਿਹੜਾ ਬੰਦਾ ਉਰੇ ਆਏਗਾ ਉਹਦੇ ਜਿੰਨੇ ਵੀ ਪਾਪ ਨੇ ਉਹ ਕੱਟੇ ਜਾਣਗੇ, ਉਹਦੀ ਮਨੋਕਾਮਨਾ ਪੂਰੀਆਂ ਹੋਣਗੀਆਂ। ਇਹ ਜਗ੍ਹਾ ਹੁਣ ਆਪਣਾ ਰੂਪ ਪ੍ਰਗਟ ਹੋ ਰਹੀ ਆ, ਰੂਪ ਲੈ ਰਹੀ ਆ। ਹਰ ਦਿਨ ਹਰ ਸਾਲ ਇੱਥੇ ਸੰਗਤ ਦੇ ਵਿੱਚ ਵੱਧ ਤੋਂ ਵੱਧ ਆ ਰਹੀ ਆ। ਤਕਰੀਬਨ 10-15 ਦਿਨ ਪਹਿਲਾਂ ਜਿਹੜੇ ਦਰਸ਼ਨ ਹੁੰਦੇ ਸੀ ਉਹ ਗੇਟ ਤੋਂ ਖੜ੍ਹ ਕੇ ਹੋ ਜਾਂਦੇ ਸੀ, ਹੁਣ ਨਹੀਂ ਹੋ ਰਹੇ। ਤੇ ਆਮ ਤੌਰ ਤੇ ਹੁੰਦਾ ਰਹਿੰਦਾ ਹੈ, ਕਦੇ ਦਰਸ਼ਨ ਹੋਣ ਲੱਗ ਜਾਂਦੇ ਨੇ, ਕਦੇ ਅਲੋਪ ਹੋ ਜਾਂਦੇ ਨੇ। ਪ੍ਰਭੂ ਕਿਰਪਾ ਨਾਲ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹ ਦਾ, ਰੋਟੀ ਦਾ, ਭੋਜਨ ਦਾ ਜਿਹੜਾ ਲੰਗਰ ਆ ਉਹ ਚੱਲੀ ਜਾਂਦਾ। ਤੇ ਐਤਵਾਰ ਸੋਮਵਾਰ ਵੱਧ ਹੁੰਦਾ ਜਾਂ ਦਿਨ ਤਿਉਹਾਰ ਹੋਵੇ ਉਹਦੇ ਵਿੱਚ ਵੱਡਾ ਲੰਗਰ ਹੋ ਜਾਂਦਾ। ਬਾਕੀ ਆਮ ਰੂਟੀਨ ਦੇ ਵਿੱਚ ਡੇਲੀ ਲੰਗਰ ਹੁੰਦਾ। अकाल मृत्यु वो मरे जो काम करे चंडाल का, काल भी उसका क्या करे जो भक्त हो महाकाल का। जय भोलेनाथ। मैं ਤੁਹਾਡਾ ਆਪਣਾ ਪਰਮਿੰਦਰ ਵਰਮਾ, ਤੁਸੀਂ ਦੇਖ ਰਹੇ ਹੋ ਦ ਨਿਊਜ਼ ਟ੍ਰੇਲਰ। ਅਸੀਂ ਅੱਜ ਪਹੁੰਚੇ ਹਾਂ ਸਮਰਾਲਾ ਨਜ਼ਦੀਕ ਪਿੰਡ ਚਹਿਲਾਂ, ਜਿੱਥੇ ਕਿ ਭੋਲੇਨਾਥ ਜੀ ਦਾ ਮੰਦਿਰ ਆ, ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਚਹਿਲਾਂ। ਅਸੀਂ ਅੱਜ ਤੁਹਾਨੂੰ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ। ਸਾਡੇ ਨਾਲ ਮੌਜੂਦ ਨੇ ਚੰਦਰ ਮੋਹਨ ਜੀ, ਜੋ ਕਿ ਇਸ ਮੰਦਿਰ ਦੇ ਪ੍ਰਧਾਨ ਨੇ। ਅਸੀਂ ਉਹਨਾਂ ਨੂੰ ਪੁੱਛਾਂਗੇ ਇਸ ਮੰਦਿਰ ਦੇ ਇਤਿਹਾਸ ਬਾਰੇ। जय भोलेनाथ प्रधान जी। जय भोलेनाथ जी। बोल शंकर भगवान की जय। प्रधान जी, ये मंदिर कदों होंद च आया ते इस मंदिर का की इतिहास है? इस मंदिर का इतिहास जी द्वापर युग तो संबंधित है। तो शंकर भगवान जी विवाह तो बाद इस जगह ते रहंदे रहे। तो द्वापर युग दे विच इह मुक्ति धाम टक्की दे नाम नाल मशहूर हुंदा सी। इहदा जिहड़ा इतिहास आ ओह बाबा के बिंदल दिल्ली वाले ने दसिया। उन्होंने ਇਹ ਧਿਆਨ ਦੇ ਵਿੱਚ ਲੱਗਦਾ ਤੇ ਇਸ ਸਥਾਨ ਤੇ ਉਹ ਆਏ। ਉਹਨਾਂ ਨੇ ਇੱਕ ਸ਼ਿਵਲਿੰਗ ਆਪਣੇ ਪਿੰਡ ਜਿਹੜਾ ਮੰਦਿਰ ਆ ਉਹਦੇ ਦਰਸ਼ਨ ਹੋਏ ਸੀ 2003 ਦੇ ਵਿੱਚ ਮੂਰਤੀ ਸਥਾਪਨਾ ਕਰਾਈ ਸੀ ਉੱਥੇ। ਤੇ ਉਹ ਸ਼ੋਕੇਸ ਦੇ ਵਿੱਚ ਰੱਖਿਆ ਹੋਇਆ ਸੀ ਪੰਜਮੁਖੀ ਸ਼ਿਵਲਿੰਗ, ਤੇ ਉਹਦੇ ਦਰਸ਼ਨ ਹੋਏ ਸੀ। ਉਹਨਾਂ ਨੇ ਦੇਖ ਕੇ ਫਿਰ ਇਸ ਜਗ੍ਹਾ ਦਾ ਇਤਿਹਾਸ ਦੱਸਿਆ। ਜਿਵੇਂ ਕਿ ਹੁਣ ਇਹ ਮੰਦਿਰ ਕਾਫੀ ਵਿਸ਼ਾਲ ਆ, ਬਹੁਤ ਵੱਡਾ। ਪਹਿਲਾਂ ਵੀ ਇਸ ਤਰ੍ਹਾਂ ਸੀ ਜਾਂ ਕਿਸ ਤਰ੍ਹਾਂ ਸੀ? ਪਹਿਲਾਂ ਛੋਟਾ ਮੰਦਿਰ ਸੀ ਇੱਥੇ, ਤੇ ਤਕਰੀਬਨ 9x9 ਦਾ ਮੰਦਿਰ ਹੋਏਗਾ। ਅਸੀਂ 1999 ਤੋਂ ਇੱਥੇ ਜਿਹੜੀ ਕਾਰ ਸੇਵਾ ਸ਼ੁਰੂ ਕਰੀ ਸੀ, ਨਵੀਂ ਉਸਾਰੀ ਦਾ ਕੰਮ ਸ਼ੁਰੂ ਕਰਿਆ, ਤੇ ਜੋ ਲਗਾਤਾਰ ਇਹ ਚੱਲਦਾ ਆ ਰਿਹਾ ਹੁਣ ਤੱਕ। ਤੁਸੀਂ ਵੀ ਇਸੇ ਪਿੰਡ ਦੇ ਵਸਨੀਕ ਹੋ, ਤਾਂ ਪਹਿਲਾਂ ਸ਼ੁਰੂ ਤੋਂ ਹੀ ਇੱਥੇ ਆਉਂਦੇ ਰਹੇ ਹੋਗੇ, ਬਚਪਨ 'ਚ ਵੀ ਆਉਂਦੇ ਰਹੇ ਹੋਗੇ। ਉਦੋਂ ਦਾ ਤੇ ਹੁਣ ਦਾ ਕੀ ਅੰਤਰ ਪਿਆ ਮੰਦਿਰ 'ਚ? ਪਹਿਲਾਂ ਨਾ ਇੱਥੇ ਬਾਬਾ ਰਾਮ ਜੋਗੀ ਵੀਰ ਚਹਿਲ ਉਹਨਾਂ ਦਾ ਮੇਲਾ ਲੱਗਦਾ ਹੁੰਦਾ ਸੀ, ਤੇ ਉਹ ਮੇਲੇ ਦੇ ਟਾਈਮ ਦੇ ਵਿੱਚ ਜ਼ਿਆਦਾ ਰਸ਼ ਹੁੰਦਾ ਸੀ, ਜਿਹੜਾ ਕਿ ਇੱਕ ਸਾਲ ਵਿੱਚ ਇੱਕ ਵਾਰ ਲੱਗਦਾ ਸੀ। ਤੇ ਆਮ ਇਸ ਜਗ੍ਹਾ ਦੇ ਵਿੱਚ ਪਿੰਡ ਦੇ ਸਾਰੇ ਹੀ ਧਾਰਮਿਕ ਸਥਾਨ ਨੇ, ਕਿਸੇ ਦੇ ਕੁਛ, ਕਿਸੇ ਦਾ ਕੁਛ। ਤੇ 7 ਤਾਂ ਸ਼ਮਸ਼ਾਨ ਘਾਟ ਨੇ ਇਸ ਜਗ੍ਹਾ ਦੇ ਵਿੱਚ। ਤੇ ਉਦੋਂ ਇੰਨਾ ਡਿਵੈਲਪ ਨਹੀਂ ਹੁੰਦਾ ਸੀ, ਉਦੋਂ ਤਾਂ ਜਦੋਂ ਲੋੜ ਪੈਂਦੀ ਸੀ ਬੰਦਾ ਉਦੋਂ ਹੀ ਆਉਂਦਾ ਸੀ। ਹੁਣ ਦਿਨ ਰਾਤ ਇੱਥੇ ਜਿਹੜੀ ਸੰਗਤ ਆ ਉਹ ਆਉਂਦੀ ਰਹਿੰਦੀ ਆ। ਤੇ ਸੁਣਿਆ ਵੀ, ਇਹ ਵੀ ਸੁਣਨ 'ਚ ਆਇਆ ਵੀ ਸ਼ੰਕਰ ਭੋਲੇਨਾਥ ਜੀ ਵਿਆਹ ਤੋਂ ਬਾਅਦ ਉਰੇ ਰਹੇ ਨੇ, ਤੇ ਇਸ ਬਾਰੇ 'ਚ ਕੀ ਕਹਿਣਾ ਚਾਹੁੰਦੇ ਸੀ? ਹਾਂ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ ਬਾਬਾ ਕੇ ਬਿੰਦਲ ਜੀ, ਉਹਨਾਂ ਨੇ ਦੱਸਿਆ ਸੀ ਵੀ ਸ਼ੰਕਰ ਭਗਵਾਨ ਜੀ ਵਿਵਾਹ ਤੋਂ ਬਾਅਦ ਉਰੇ ਰਹਿੰਦੇ ਰਹੇ। ਉਹਨਾਂ ਨੇ ਉਰੇ ਆ ਕੇ ਵਚਨ ਕਰਿਆ ਸੀ ਵੀ ਜਿਹੜਾ ਬੰਦਾ ਉਰੇ ਆਏਗਾ ਉਹਦੇ ਜਿੰਨੇ ਵੀ ਪਾਪ ਨੇ ਉਹ ਕੱਟੇ ਜਾਣਗੇ, ਉਹਦੀ ਮਨੋਕਾਮਨਾ ਪੂਰੀਆਂ ਹੋਣਗੀਆਂ। ਜੋ ਇਹ ਜਗ੍ਹਾ ਹੁਣ ਆਪਣਾ ਰੂਪ ਪ੍ਰਗਟ ਹੋ ਰਹੀ ਆ, ਰੂਪ ਲੈ ਰਹੀ ਆ। ਹਰ ਦਿਨ ਹਰ ਸਾਲ ਇੱਥੇ ਸੰਗਤ ਦੇ ਵਿੱਚ ਵੱਧ ਤੋਂ ਵੱਧ ਆ ਰਹੀ ਆ, ਤੇ ਜਿਹੜੀ ਡਿਵੈਲਪਮੈਂਟ ਆ ਉਹ ਹੋ ਰਹੀ ਆ। ਜਿਵੇਂ ਕਿ ਅਸੀਂ ਸ਼ਿਵਲਿੰਗ ਦੇ ਦਰਸ਼ਨ ਕੀਤੇ ਨੇ, ਸ਼ਿਵਲਿੰਗ ਕਾਫੀ ਛੋਟੇ ਰੂਪ 'ਚ, ਆਮ ਮੰਦਿਰਾਂ 'ਚ ਦੇਖਿਆ ਜਾਂਦਾ ਵੀ ਸ਼ਿਵਲਿੰਗ ਦਾ ਕਾਫੀ ਵਿਸ਼ਾਲ ਰੂਪ ਹੁੰਦਾ, ਤੇ ਛੋਟੇ ਰੂਪ 'ਚ, ਤੇ ਗਾਹਾਂ ਮੂਰਤੀਆਂ ਵੀ ਨੇ ਉਰੇ ਪ੍ਰਾਚੀਨ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਸ਼ਿਵਲਿੰਗ ਨਾ ਪਹਿਲਾਂ ਤੋਂ ਹੀ ਇਸ ਰੂਪ ਦੇ ਵਿੱਚ ਆ। ਇਹਦੇ ਵਿੱਚ ਇੱਕ ਖਾਸੀਅਤ ਹੈ, ਨੇਤਰ ਦਰਸ਼ਨ ਹੁੰਦੇ ਨੇ ਜਿਹੜੇ ਕਿ ਅਲੋਪ ਵੀ ਹੋ ਜਾਂਦੇ ਨੇ। ਕਾਫੀ ਦੇਰ ਪਹਿਲਾਂ ਜਿਹੜੇ ਦਰਸ਼ਨ ਨੇ ਉਹ ਤਕਰੀਬਨ 10-15 ਦਿਨ ਪਹਿਲਾਂ ਜਿਹੜੇ ਦਰਸ਼ਨ ਹੁੰਦੇ ਸੀ ਉਹ ਗੇਟ ਤੋਂ ਖੜ੍ਹ ਕੇ ਹੋ ਜਾਂਦੇ ਸੀ, ਹੁਣ ਨਹੀਂ ਹੋ ਰਹੇ। ਤੇ ਆਮ ਤੌਰ ਤੇ ਹੁੰਦਾ ਰਹਿੰਦਾ ਹੈ, ਕਦੇ ਦਰਸ਼ਨ ਹੋਣ ਲੱਗ ਜਾਂਦੇ ਨੇ, ਕਦੇ ਅਲੋਪ ਹੋ ਜਾਂਦੇ ਨੇ। ਤੇ ਪੁਰਾਤਨ ਵਿਭਾਗ ਨੇ ਜਿਹੜੀਆਂ ਉਰੇ ਦੀਆਂ ਮੂਰਤੀਆਂ ਨੇ ਉਹ 1300 ਈਸਵੀ ਤੋਂ ਲੈ ਕੇ 1700-1800 ਈਸਵੀ ਤੱਕ ਦੀਆਂ ਨੇ। 17 ਮੂਰਤੀਆਂ ਨੇ ਜਿਹੜੀਆਂ ਰਜਿਸਟਰਡ ਕਰੀਆਂ ਹੋਈਆਂ ਨੇ। ਕਿਹੜੀ ਕਿਹੜੀ ਮੂਰਤੀਆਂ ਨੇ ਜੀ ਇਹ?
ਇਹਦੇ ਵਿੱਚ ਵਿਸ਼ਨੂੰ ਜੀ ਦਾ ਜਿਹੜਾ ਸਰੂਪ ਆ ਉਹ 1300-1400 ਈਸਵੀ ਦਾ, ਤੇ ਕਾਰਤਿਕ ਸਵਾਮੀ ਜੀ ਦਾ ਸਰੂਪ ਆ, ਤੇ ਸ਼ਕਤੀ ਪੀਠ ਨੇ 2, ਤੇ ਮਾਤਾ ਦਾ ਸਰੂਪ ਆ, ਪ੍ਰਭੂ ਦਾ ਸਰੂਪ ਆ। ਇਦਾਂ ਦੇ ਟੋਟਲ 16-17 ਸਰੂਪ ਨੇ ਜੀ ਇਹ। ਤੇ ਮੰਦਿਰ ਕਮੇਟੀ ਵੱਲੋਂ ਉਰੇ ਲੰਗਰ ਦਾ ਵੀ ਪ੍ਰਬੰਧ ਹੁੰਦਾ ਵਾ, ਇਹ ਕੋਈ ਖਾਸ ਦਿਨ ਹੁੰਦਾ ਜਾਂ 24 ਘੰਟੇ ਲੰਗਰ ਚੱਲਦੇ ਉਰੇ? ਪ੍ਰਭੂ ਕਿਰਪਾ ਨਾਲ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹ ਦਾ, ਰੋਟੀ ਦਾ, ਭੋਜਨ ਦਾ ਜਿਹੜਾ ਲੰਗਰ ਆ ਉਹ ਚੱਲੀ ਜਾਂਦਾ। ਤੇ ਐਤਵਾਰ ਸੋਮਵਾਰ ਵੱਧ ਹੁੰਦਾ, ਜਾਂ ਦਿਨ ਤਿਉਹਾਰ ਹੋਵੇ ਉਹਦੇ ਵਿੱਚ ਵੱਡਾ ਲੰਗਰ ਹੋ ਜਾਂਦਾ। ਬਾਕੀ ਆਮ ਰੂਟੀਨ ਦੇ ਵਿੱਚ ਡੇਲੀ ਲੰਗਰ ਹੁੰਦਾ। ਤੇ ਜੋ ਭਗਤ ਦੂਰੋਂ ਆਉਂਦੇ ਨੇ, ਸੁਣਿਆ ਉਰੇ ਡਿਸਪੈਂਸਰੀ ਵੀ ਆ, ਰਹਿਣ ਦਾ ਪ੍ਰਬੰਧ ਵੀ ਆ, ਕੋਈ ਬਾਹਰੋਂ ਆਉਂਦੇ ਨੇ, ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ? ਤਕਰੀਬਨ ਸ਼ਿਵਰਾਤਰੀ ਦੇ ਟਾਈਮ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹ ਆਉਂਦੀ ਆ, ਜਿਹੜੀ ਦਰਸ਼ਨ ਕਰਦੀ ਆ ਤੇ ਉਰੇ ਰਹਿੰਦੀ ਵੀ ਆ। ਆਮ ਤੌਰ ਤੇ ਦਿਨਾਂ ਦੇ ਵਿੱਚ ਬਹੁਤ ਘੱਟ ਸੰਗਤ ਆ ਜਿਹੜੀ ਵੀ ਉਰੇ ਰਹਿੰਦੀ ਆ, ਉਹ ਦਰਸ਼ਨ ਕਰਦੇ ਨੇ, ਚਲੇ ਜਾਂਦੇ ਨੇ। ਸ਼ਿਵਰਾਤਰੀ ਦੇ ਵਿੱਚ ਦੇਸ਼ ਤੋਂ ਵਿਦੇਸ਼ਾਂ ਤੋਂ ਵੀ ਜਿਹੜੀ ਸੰਗਤ ਆਉਂਦੀ ਆ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਦੇ ਆ, ਖਾਣ ਪੀਣ ਦਾ ਪ੍ਰਬੰਧ ਕਰਦੇ ਆ। ਬਾਕੀ ਜਿਹੜੀ ਮੰਦਿਰ ਕਮੇਟੀ ਵੱਲੋਂ ਸਹੂਲਤਾਂ ਨੇ, ਲੈਟਰਿਨ ਬਾਥਰੂਮ ਨੇ ਦੋ ਜਗ੍ਹਾ ਤੇ ਬਣੇ ਹੋਏ, ਤੇ ਉਹ ਆਲਰੇਡੀ ਹੈਗੀ ਨੇ। ਤੇ ਗਊਸ਼ਾਲਾ ਵੀ ਆ, ਗਊਆਂ ਵੀ ਨੇ ਉਰੇ, ਤੇ ਉਹਦੀ ਵੀ ਮੰਦਿਰ ਕਮੇਟੀ ਦੇਖਭਾਲ ਕਰਦੀ ਹੈ? ਹਾਂ, ਮੰਦਿਰ ਦੇ ਨਾਲ ਕਈ ਸੰਸਥਾ ਨੇ ਜਿਹੜੀਆਂ ਜੁੜੀਆਂ ਹੋਈਆਂ ਨੇ। ਗਊਸ਼ਾਲਾ ਵੀ ਮੰਦਿਰ ਪਲੱਸ ਲੁਧਿਆਣੇ ਤੋਂ ਸ਼ਿਵ ਸ਼ਕਤੀ ਚੈਰੀਟੇਬਲ ਟਰੱਸਟ ਆ ਜਿਹੜਾ ਮੇਨ ਉਹਦਾ ਪ੍ਰਬੰਧ ਧਿਆਨ ਕਰਦੇ ਨੇ, ਸੇਵਾ ਕਰਦੇ ਨੇ। ਸਾਡੇ ਨਾਲ ਪੰਡਿਤ ਜੀ ਵੀ ਨੇ ਜੋ ਇੱਥੇ ਪੂਜਾ ਕਰਦੇ ਆ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਜੈ ਭੋਲੇਨਾਥ ਪੰਡਿਤ ਜੀ। जय भोलेनाथ जी। ਪੰਡਿਤ ਜੀ, ਤੁਸੀਂ ਉਰੇ ਪੂਜਾ ਕਰਦੇ ਹੋ ਤੇ ਸੁਣਿਆ ਉਰੇ ਰੁਦਰ ਅਭਿਸ਼ੇਕ ਵੀ ਹੁੰਦਾ, ਸਾਵਣ ਦੇ ਮਹੀਨੇ ਇੱਕ ਵਿਸ਼ੇਸ਼ ਪੂਜਾ ਵੀ ਹੁੰਦੀ ਹੈ, ਉਹ ਕਿਹੜੀ ਪੂਜਾ ਹੁੰਦੀ ਹੈ? भगवान शंकर की पार्थिव शिवलिंग स्वरूप का यहाँ पर बड़ा ही महत्व है, और वो मिट्टी के शिवलिंग बनाए जाते हैं, और अनेक दूर दूर से लोग आते हैं यहाँ पर अपनी मनोकामना के लिए। ज़्यादा तो सोमवार के दिन लोग भगत ज़्यादा दूर दूर से आते हैं, तो यहाँ पर पार्थिव शिवलिंग करते हैं। लोग अपनी मनोकामनाओं के लिए, सुख शांति के लिए, कारोबार के लिए और अपनी मनोकामना के लिए यहाँ पर रुद्राभिषेक करवाते हैं। ਪੰਡਿਤ ਜੀ, ਉਰੇ ਤਿਉਹਾਰ ਕਿਹੜੇ ਕਿਹੜੇ ਬਣਾਏ ਜਾਂਦੇ ਹਨ? ਜਿਵੇਂ ਹੁਣ ਇੱਥੇ ਵਿਸ਼ਨੂੰ ਭਗਵਾਨ ਜੀ ਦੀ ਵੀ ਮੂਰਤੀ ਸਥਾਪਿਤ ਆ, ਦੇਖਿਆ ਹਰ ਇੱਕ ਭਗਵਾਨ ਦੀ ਮੂਰਤੀ ਹੋ ਰਹੀ, ਤੇ ਤਿਉਹਾਰ ਕਿਹੜੇ ਕਿਹੜੇ ਮੇਨ ਕਿਹੜੇ ਕਿਹੜੇ ਬਣਾਉਂਦੇ ਆ? सावन के महीने जैसे सावन त्रयोदशी है जी, वो बड़े धूमधाम से मनाई जाती है। और जैसे यहाँ पर कृष्ण जन्माष्टमी है, महाशिवरात्रि है, होली है, दीपावली के पर्व हैं, तो गुरु पूर्णिमा का त्यौहार है। तो समय समय पर जो भी त्यौहार आते हैं बड़ी धूमधाम से यहाँ पर मनाते हैं। उनकी व्यवस्था मंदिर कमेटी देखती है, और सभी जो भक्त दूर दूर से आते हैं उनका यहाँ पर मनोकामना भी पूर्ण होती है। और भगवान मुक्तेश्वर महादेव से भी हम यही अरदास करते हैं कि जो भी लोग यहाँ पर आएँ उनकी मनोकामना भगवान पूर्ण करते हैं। ਜਿਵੇਂ ਤੁਸੀਂ ਦੱਸਿਆ ਵੀ ਸਾਵਣ ਦੇ ਮਹੀਨੇ 'ਚ ਕੋਈ ਵਿਸ਼ੇਸ਼ ਪੂਜਾ ਹੁੰਦੀ ਆ, ਜੀ। ਉਹ ਜੇ ਕਿਸੇ ਬੰਦੇ ਨੇ ਪੂਜਾ ਕਰਵਾਉਣੀ ਹੋਵੇ ਤਾਂ ਉਹ ਕਿਸ ਤਰ੍ਹਾਂ ਉਰੇ ਮਿਲ ਸਕਦਾ ਵਾ? वो मंदिर कमेटी के साथ भी हमारे नंबर हैं कार्यालय के, उससे भी संपर्क कर सकते हैं। और यहाँ पर सुरेश जी हैं, और साथ में मैं भी उनके साथ होता हूँ, तो साथ में हमको भी मिल सकते हैं। तो जो भी सेवा है उस अनुसार से वो अपनी सेवा के अनुसार करा सकते हैं। ਇੱਥੇ ਇੱਕ ਪੂਜਾ ਹੁੰਦੀ ਆ ਜੋ ਕਿ ਜਿਹਨੂੰ ਕਹਿੰਦੇ ਮਹਾਕਾਲ ਦੀ ਰੁਦਰ ਅਭਿਸ਼ੇਕ ਤੋਂ ਬਾਅਦ ਇੱਕ ਪੂਜਾ ਹੁੰਦੀ ਆ, ਉਹ ਪੂਜਾ ਕਿਹੜੀ ਹੈ? महाकाल के लिए अपने सुख शांति के लिए, कारोबार के लिए और व्यापार संबंधी के लिए करवाते हैं लोग, और दुख दरिद्र को दूर कराने के लिए कराते हैं। वो विशेषता सावन के महीने पार्थिव शिवलिंग के स्वरूप में उसको करवाते हैं लोग। ਤੇ ਸਾਵਣ ਦੇ ਮਹੀਨੇ ਕੋਈ ਜਾਗਰਣ ਵੀ ਹੁੰਦਾ ਉਰੇ, ਜੀ। ਤੇ ਉਹ ਕਿਹੜੀ ਤਰੀਕ ਨੂੰ ਹੁੰਦਾ, ਕਿਹੜੇ ਦਿਨ ਹੁੰਦਾ? ये इस समय तो दिन मंगलवार है, 26 जुलाई का दिन है जी। और उस दिन भगवान भोले शंकर जी का रात्रि जागरण होता है। यहाँ पर 4 पहरों की पूजा होती है, और रुद्राभिषेक भी चलता रहता है, और बाहर भगवान शिव माँ पार्वती के का गुणगान होता रहता है जी। ਉਦੋਂ ਸੰਗਤ ਦੂਰੋਂ ਦੂਰੋਂ ਵੀ ਆਉਂਦੀ ਆ, ਜੀ। ਤੇ शिव ਭਗਤਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? मैं तो यही कहना चाहता हूँ कि जो भी भक्त यहाँ पर आएँ, भगवान उनके घर में सुख दे, शांति दे, आयु आरोग्य दे। और बाबा मुक्तेश्वर से प्रार्थना करता हूँ कि जो भी लोग यहाँ पर आए उनकी मनोकामना भगवान पूर्ण करें।
ਅਸੀਂ ਤੁਹਾਨੂੰ ਸ਼ਿਵ ਮੰਦਰ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਦਾ ਇਤਿਹਾਸ ਵੀ ਦੱਸਿਆ ਤੇ ਉਰੇ ਦੇ ਜੋ ਪ੍ਰਧਾਨ ਜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਕਿ ਮੰਦਰ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਉਰੇ ਅਰੇਂਜਮੈਂਟ ਕੀਤੇ ਜਾਂਦੇ ਹਨ। ਮੈਂ ਪਰਮਿੰਦਰ ਵਰਮਾ, ਨਿਊਜ਼ ਟ੍ਰੇਲਰ ਲਈ ਸਮਰਾਲਾ ਤੋਂ।